ਤਿਸ ਕਾਰਨ ਕੰਮ ਨਾ ਧੰਦਾ, ਨਾਹੀ ਧੰਦੈ ਗਿਰਹੀ ਜੋਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਿਸ ਕਾਰਨ ਕੰਮ ਨਾ ਧੰਦਾ ਨਾਹੀ। ਇੱਥੇ ਵਿਸਰਾਮ ਹੈ ਸੰਪਰਦਾਈ। ਧੰਦਾ ਗਿਰਹੀ ਜੋਗੀ। ਲੋ ਸਤਿਗੁਰੂ ਫਰਮਾਉਂਦੇ ਨੇ, ਉਹ ਜਿਹੜਾ ਗੁਰੂ ਹੈ ਨਾ, ਤਿਸ ਕਾਰਨ ਵੀ ਉਸ ਗੁਰੂ ਨੂੰ ਕਿਸੇ ਵੀ ਕਾਰਨ ਕਰਕੇ ਜਿਹੜਾ ਦੁਨਿਆਵੀ ਕੰਮ ਧੰਦਾ ਨਹੀਂ ਵਿਆਪ ਸਕਦਾ। ਨਾ ਦੁਨਿਆਵੀ ਕੰਮ, ਨਾ ਹੀ ਕੋਈ ਮਾਇਕੀ ਧੰਦਾ ਉਹਦੇ ਉੱਤੇ ਅਸਰ ਕਰ ਸਕਦਾ ਹੈ। ਧੰਦਾ ਗਿਰਹੀ ਜੋਗੀ। ਤੇ ਜਿਹੜਾ ਭਾਈ ਅਸਲੀ ਗੁਰੂ ਹੈ, ਉਹ ਗਿਰਹੀ ਦਾ ਅਰਥ ਗ੍ਰਸਤੀ ਹੁੰਦਾ ਹੋਇਆ, ਤੇ ਗ੍ਰਸਤੀਆਂ ਵਾਲੇ ਧੰਦੇ ਦਾ ਅਰਥ ਵੀ ਧੰਦੇ ਆਪਣੇ ਸਾਰੇ ਫਰਜ਼ ਪੂਰੇ ਕਰਦਾ ਹੋਇਆ, ਤੇ ਫਿਰ ਵੀ ਉਹ ਯੋਗੀ ਹੀ ਹੁੰਦਾ। ਯੋਗੀ ਕਹਿੰਦੇ ਨੇ ਜਿਹੜਾ ਤਿਆਗੀ ਹੋਵੇ, ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੋਵੇ। ਵੀ ਸਾਡੇ ਸਤਿਗੁਰੂ ਸਾਹਿਬਾਨ, ਉਹਨਾਂ ਨੇ ਸਾਰੇ ਦੁਨਿਆਵੀ ਗ੍ਰਸਤ ਜੀਵਨ ਦੇ ਸਾਰੇ ਕੰਮ ਧੰਦੇ ਵੀ ਕੀਤੇ। ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਸਿੱਖਾਂ ਨੂੰ ਐਸੀ ਜੀਵਨ ਜਾਚ ਬਖਸ਼ੀ, ਜੈਸੇ ਜਲ ਮੈਂ ਕਵਲ ਨਿਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਗ੍ਰਸਤੀ ਵੀ ਹੋਏ, ਧੰਦਾ ਗਿਰਹੀ ਜੋਗੀ। ਤੇ ਉਹ ਗ੍ਰਸਤੀਆਂ ਵਾਲੇ ਧੰਦੇ ਦੇ ਵਿੱਚ ਰਹਿੰਦੇ ਹੋਏ ਵੀ ਆਪਣੇ ਉਹਨਾਂ ਨੇ ਪਰਿਵਾਰਕ ਫਰਜ਼ ਵੀ ਪੂਰੇ ਕੀਤੇ, ਪਰ ਗ੍ਰਸਤੀਆਂ ਵਾਲੇ ਧੰਦੇ ਵਿੱਚ ਰਹਿੰਦਿਆਂ ਹੋਇਆਂ ਤੇ ਫਿਰ ਵੀ ਉਹ ਯੋਗੀ ਬਣੇ ਰਹੇ, ਅੰਦਰੋਂ ਨਿਰਲੇਪ ਹੋਏ ਰਹੇ। ਕਾਮ ਕ੍ਰੋਧ ਅਹੰਕਾਰ ਤਜੀਅਲੇ, ਲੋਭ ਮੋਹ ਤਿਸ ਮਾਇਆ। ਉੱਤੇ ਤਾਂ ਗੁਰੂ ਦਾ ਆਦਰਸ਼ ਬਿਆਨ ਕੀਤਾ ਵੀ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਇਹੋ ਜਿਹਾ ਹੋਣਾ ਚਾਹੀਦਾ ਹੈ ਵੀ ਜਿਹੜਾ ਕਿਸੇ ਵੀ ਕਾਰਨ ਕਰਕੇ ਕੰਮ ਧੰਦਿਆਂ ਨੂੰ ਕਰਦਾ ਹੋਇਆ ਮੋਹ ਮਾਇਆ ਤੋਂ, ਹਉਮੈ ਹੰਕਾਰ ਤੋਂ ਅਸੰਗ ਹੋ ਕੇ ਰਵੇ, ਗ੍ਰਸਤੀ ਹੋ ਕੇ ਤੇ ਫਿਰ ਵੀ ਅੰਦਰੋਂ ਸੰਨਿਆਸੀ ਹੋ ਕੇ ਵਿਚਰੇ, ਉਹ ਅਸਲੀ ਗੁਰੂ ਦੀ ਅਵਸਥਾ ਹੈ। ਤੇ ਗੁਰਸਿੱਖ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ, ਸੋ ਸਿੱਖ ਕਥੀਅਲੇ। ਤੇ ਹੁਣ ਸਿੱਖ ਦੀ ਅਵਸਥਾ ਬਾਰੇ ਲਿਖਦੇ ਨੇ, ਕਾਮ ਕ੍ਰੋਧ ਹੰਕਾਰ ਤਜੀਅਲੇ। ਵੀ ਜਿਹੜਾ ਕਾਮ ਤੇ ਕ੍ਰੋਧ ਤੇ ਹੰਕਾਰ ਨੂੰ ਛੱਡ ਦਿੰਦਾ ਹੈ, ਲੋਭ ਮੋਹ ਤਿਸ ਮਾਇਆ। ਕਾਮ ਕ੍ਰੋਧ ਹੰਕਾਰ ਦੇ ਨਾਲ ਨਾਲ ਲੋਭ ਤੇ ਮੋਹ ਨੂੰ ਵੀ, ਤੇ ਨਾਲ ਮਾਇਆ ਦਾ ਵੀ ਮੋਹ ਛੱਡ ਦਿੰਦਾ ਹੈ, ਉਹ ਅਸਲੀ ਪੂਰਨ ਗੁਰਸਿੱਖ ਸਦਵਾ ਸਕਦਾ ਹੈ। ਮਨ ਤਤ ਅਵਗਤ ਧਿਆਇਆ, ਗੁਰ ਪ੍ਰਸਾਦੀ ਪਾਇਆ। ਲੋ ਹਜ਼ੂਰ ਕਹਿੰਦੇ ਨੇ, ਜਿਸਨੇ ਆਪਣੇ ਮਨ ਦੇ ਵਿੱਚ ਜਿਹੜਾ ਅਸਲੀ ਸਾਰੇ ਸੰਸਾਰ ਦਾ ਜੀਵਨ ਤੱਤ ਹੈ, ਅਕਾਲ ਪੁਰਖ ਵਾਹਿਗੁਰੂ, ਜੋ ਅਵਗਤ ਅਵਿਅਕਤ ਸਰੂਪ ਹੈ, ਤੇ ਜਿਸਨੇ ਉਸ ਵੀ ਤਤ ਸਰੂਪ ਤੇ ਅਵਿਅਕਤ ਸਰੂਪ ਵਾਹਿਗੁਰੂ ਨੂੰ ਮਨ ਵਿੱਚ ਧਿਆਇਆ ਹੈ, ਤੇ ਗੁਰ ਪ੍ਰਸਾਦੀ ਪਾਇਆ। ਧਿਆਇਆ ਹੀ ਨਹੀਂ, ਗੁਰੂ ਦੀ ਕਿਰਪਾ ਦੁਆਰਾ ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਵੀ ਕਰ ਲਿਆ ਹੋਵੇ, ਵੀ ਉਹ ਅਸਲੀ ਪੂਰਨ ਗੁਰੂ ਦਾ ਸਿੱਖ ਸਦਵਾ ਸਕਦਾ ਹੈ, ਉਹ ਪੂਰੇ ਗੁਰੂ ਦਾ ਸਿੱਖ ਆਖਿਆ ਜਾ ਸਕਦਾ ਹੈ। ਗਿਆਨ ਧਿਆਨ ਸਭ ਦਾਤ ਕਥੀਅਲੇ, ਸੇਤ ਬਰਨ ਸਭ ਦੂਤਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਅਸਲੀ ਗਿਆਨ ਧਿਆਨ ਹੈ, ਇਹ ਸਭ ਗੁਰੂ ਦੀ ਦਾਤ ਹੀ ਵਰਣਨ ਕੀਤਾ ਜਾਂਦਾ ਹੈ। ਨਿਰਗੁਣ ਦਾ ਗਿਆਨ, ਸਰਗੁਣ ਦਾ ਧਿਆਨ, ਇਹ ਸਭ ਗੁਰੂ ਦੀਆਂ ਦਾਤਾਂ ਨੇ। ਜਿਸਨੂੰ ਗੁਰੂ ਗਿਆਨ ਧਿਆਨ ਦੇਵੇ ਉਸੇ ਨੂੰ ਮਿਲਦਾ ਹੈ। ਸੇਤ ਬਰਨ ਸਭ ਦੂਤਾਂ। ਬਈ ਜਦੋਂ ਕਿਸੇ ਨੂੰ ਸਤਿਗੁਰੂ ਗਿਆਨ ਧਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ, ਤੇ ਫਿਰ ਜਿੰਨੇ ਵੀ ਦੂਤ ਨੇ, ਦੂਤ ਤੋਂ ਭਾਵ ਹੈ ਦੁਸ਼ਟ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਇੱਥੇ ਦੂਤ ਆਖਿਆ ਹੈ। ਸੇਤ ਬਰਨ ਸਭ ਦੂਤਾ, ਉਹਨਾਂ ਸਾਰੇ ਦੂਤਾਂ ਦਾ, ਉਹਨਾਂ ਦੁਸ਼ਟਾਂ ਦਾ, ਉਹਨਾਂ ਚੁਗਲਖੋਰਾਂ ਦਾ ਸੇਤ ਬਰਨ, ਉਹਨਾਂ ਦਾ ਰੰਗ ਬੱਗਾ ਫੂਸ ਹੋ ਜਾਂਦਾ ਹੈ। ਬ੍ਰਹਮ ਕਮਲ ਮਦ ਤਾਸ ਰਸਾਦੰ, ਜਾਗਤ ਨਾਹੀ ਸੂਤਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬ੍ਰਹਮ ਕਮਲ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਮਲ ਵਾਂਗੂ ਪ੍ਰਕਾਸ਼ ਰੂਪ ਹੈ। ਮਦ ਤਾਸਰ ਸਾਧਨ। ਲੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਮਦ ਦਾ ਅਰਥ ਹੈ ਸ਼ਹਿਦ ਵਰਗਾ, ਇੱਕ ਅੰਮ੍ਰਿਤ ਵਰਗਾ ਮਿੱਠਾ ਰਸ ਵੀ ਹੈ। ਜਿਵੇਂ ਕਮਲ ਦੇ ਫੁੱਲ ਦੇ ਵਿੱਚ ਵੀ ਇੱਕ ਮਕਰੰਦ ਰਸ ਹੁੰਦਾ ਹੈ, ਔਰ ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ
ਕਮਲ ਵਾਂਗ ਹੈ, ਉਹਦੇ ਵਿੱਚ ਜਿਹੜਾ ਨਾਮ ਦਾ ਰਸ ਹੈ, ਇਹ ਮਾਨੋ ਉਹਦੇ ਵਿੱਚ ਮਕਰੰਦ ਰਸ ਵਾਹਿਗੁਰੂ ਨੇ ਪੈਦਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਕਮਲ ਵਾਂਗ ਹੈ, ਕਮਲ ਵਾਂਗੂ ਪ੍ਰਕਾਸ਼ ਰੂਪ ਹੈ ਤੇ ਸਦਾ ਵਿਗਾਸ ਵਿੱਚ ਰਹਿਣ ਵਾਲਾ ਹੈ। ਤੇ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਰਸ ਹੈ, ਇਹ ਮਾਨੋ ਉਹਦੇ ਵਿੱਚ ਮਧ ਸ਼ਹਿਦ ਵਰਗਾ ਮਿੱਠਾ ਮਕਰੰਦ ਰਸ ਹੈ ਤੇ ਗੁਰਮੁਖ ਰਸਾਦਨ ਉਸ ਰਸ ਨੂੰ ਚੱਖਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਵਿੱਚੋਂ ਉਸ ਵਾਹਿਗੁਰੂ ਦੇ ਪ੍ਰੇਮ ਰਸ ਦੇ ਮਕਰੰਦ ਨੂੰ ਗੁਰਮੁਖ ਜਨ ਚੱਖਦੇ ਨੇ। ਜਾਗਤ ਨਾਹੀ ਸੂਤਾ, ਫਿਰ ਉਹ ਜਾਗਦੇ ਹੀ ਰਹਿੰਦੇ ਨੇ ਗਿਆਨ ਅਵਸਥਾ ਦੇ ਵਿੱਚ, ਤੇ ਕਦੇ ਮੋਹ ਮਾਇਆ ਦੀ ਨੀਂਦ ਵਿੱਚ ਸੌਂਦੇ ਨਹੀਂ ਹਨ। ਮਹਾ ਗੰਭੀਰ ਪਤਰ ਪਾਤਾਲਾ, ਨਾਨਕ ਸਰਬ ਜੋ ਆਇਆ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਕਮਲ ਮਹਾ ਗੰਭੀਰੋ ਬਹੁਤ ਡੂੰਘਾ ਹੈ। ਜਿਹੜਾ ਬ੍ਰਹਮ ਕਮਲ ਹੈ ਉਹ ਬਹੁਤ ਡੂੰਘਾ ਹੈ, ਉਹਦੀਆਂ ਜੜ੍ਹਾਂ ਪਤਾਲ ਵਿੱਚ ਲੱਗੀਆਂ ਹੋਈਆਂ ਨੇ, ਉਹਦੇ ਪੱਤਰੇ ਵੀ ਪਤਾਲ ਦੇ ਵਿੱਚ ਹੀ ਲੱਗੇ ਹੋਏ ਨੇ। ਨਾਨਕ ਸਰਬ ਜੋ ਆਇਆ, ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਜੋ ਆਇਆ ਹੋਇਆ, ਭਾਵ ਉਹ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ। ਤੇ ਦੂਸਰਾ ਜੋ ਆਇਆ ਇਕੱਠਾ ਵੀ ਪਾਠ ਨਵੇਂ ਵਿਦਵਾਨਾਂ ਨੇ ਮੰਨਿਆ ਹੈ। ਉਹਦਾ ਅਰਥ ਜੁਆਇਆ ਦਾ ਅਰਥ ਕੀਤਾ ਵੀ ਉਹ ਸਾਰਿਆਂ ਦੇ ਨਾਲ ਜੁਆਇਆ, ਜੁਆਇੰਡ ਹੋਇਆ, ਜੁੜਿਆ ਹੋਇਆ। ਮਹਾ ਗੰਭੀਰ ਪੱਤਰ ਪਾਤਾਲਾ, ਉਸ ਵਾਹਿਗੁਰੂ ਪਰਮੇਸ਼ਰ ਦੀਆਂ ਬ੍ਰਹਮ ਕਮਲ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ, ਪੱਤਰੇ ਪਾਤਾਲ ਨੂੰ ਲੱਗੇ ਹੋਏ ਨੇ। ਨਾਨਕ ਸਰਬ ਜੋ ਆਇਆ ਉਹ ਸਾਰੇ ਸੰਸਾਰ ਦੇ ਨਾਲ ਜੁਆਇੰਡ ਹੋਇਆ, ਜੁੜਿਆ ਹੋਇਆ ਹੈ। ਉਪਦੇਸ਼ ਗੁਰੂ ਮਮ ਪੁਨਹ ਨ ਗਰਭੰ, ਬਿਖ ਤਜ ਅੰਮ੍ਰਿਤ ਪੀ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਗੁਰੂ ਦੇ ਉਪਦੇਸ਼ ਦਾ ਇਹ ਫਲ ਹੈ, ਬਿਖ ਤਜ ਅੰਮ੍ਰਿਤ ਪੀ ਆਇਆ। ਬਈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲੈਂਦਾ ਹੈ, ਫਿਰ ਉਹ ਬਿਖ ਤਜ, ਉਹ ਵਿਸ਼ੇ ਵਿਕਾਰਾਂ ਦੀ, ਵਿਸ਼ੇ ਵਾਸ਼ਨਾ ਦੀ, ਵਿਸ਼ੇ ਰਸ ਦੀ ਜ਼ਹਿਰ ਛੱਡ ਕੇ ਅੰਮ੍ਰਿਤ ਪੀ ਆਇਆ। ਉਹ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ। ਤੇ ਜਿਹੜਾ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀ ਲਵੇ, ਪੁਨਹ ਨ ਗਰਭੰ, ਤੇ ਫਿਰ ਉਹ ਮੁੜ ਕੇ ਗਰਭ ਦੇ ਵਿੱਚ ਨਹੀਂ ਆਉਂਦਾ। ਜਿਹੜਾ ਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਚਖ ਲਵੇ, ਫਿਰ ਉਹ ਗਰਭ ਦੇ ਵਿੱਚ ਨਹੀਂ ਆਉਂਦਾ। ਤੇ ਜਿਹੜਾ ਗਰਭ ਦੇ ਵਿੱਚ ਨਾ ਆਵੇ ਤੇ ਉਹਨੂੰ ਮੌਤ ਵੀ ਨਹੀਂ ਮਾਰ ਸਕਦੀ, ਕਿਉਂਕਿ ਮਾਤਾ ਦੇ ਗਰਭ ਤੋਂ ਹੀ ਮਨੁੱਖ ਦੀ ਜੀਵਨ ਯਾਤਰਾ ਸ਼ੁਰੂ ਹੁੰਦੀ ਹੈ। ਜਿਹੜਾ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦਾ ਤੇ ਫਿਰ ਉਹ ਨਾ ਤੇ ਸੰਸਾਰ ਵਿੱਚ ਆਉਂਦਾ ਤੇ ਨਾ ਹੀ ਉਹਨੂੰ ਮੌਤ ਹੀ ਘੇਰ ਸਕਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਮੇਰੇ ਗੁਰੂ ਦੇ ਉਪਦੇਸ਼ ਦਾ ਇਹ ਫਲ ਹੈ, ਇਹ ਮਹਾਤਮ ਹੈ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਲੈ ਲੈਂਦਾ, ਉਹ ਵਿਸ਼ੇ ਵਾਸ਼ਨਾ ਦੀ, ਵਿਸ਼ੇ ਰਸਾਂ ਦੀ ਜ਼ਹਿਰ ਛੱਡ ਕੇ ਨਾਮ ਬਾਣੀ ਦੇ ਅੰਮ੍ਰਿਤ ਨੂੰ ਪੀਣ ਲੱਗ ਜਾਂਦਾ ਹੈ। ਫਿਰ ਉਹ ਮੁੜ ਕੇ ਦੁਬਾਰਾ ਨਾ ਗਰਭ ਦੇ ਵਿੱਚ ਆਵੇ ਤੇ ਨਾ ਹੀ ਉਹ ਸੰਸਾਰ ਦੇ ਵਿੱਚ ਆਵੇ ਤੇ ਨਾ ਹੀ ਉਹ ਨਰਕਾਂ ਦੇ ਵਿੱਚ ਜਾਵੇ। ਗੂਜਰੀ ਮਹੱਲਾ ਪਹਿਲਾ, ਕਵਨ ਕਵਨ ਜਾਚਹਿ ਪ੍ਰਭ ਦਾਤੇ, ਤਾਕੇ ਅੰਤ ਨ ਪਰਹਿ ਸੁਮਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਤੇ ਉਹਦੀ ਸਿਫਤ ਸਲਾਹ ਕਰ ਰਹੇ ਨੇ। ਐ ਜੀ ਜਪ ਤਪ ਸੰਜਮ ਸੱਚ ਆਧਾਰ। ਹੇ ਵਾਹਿਗੁਰੂ ਜੀ, ਜਿਹੜਾ ਐ ਜੀ ਸ਼ਬਦ ਹੈ ਨਾ, ਇਹ ਅਕਾਲ ਪੁਰਖ ਲਈ ਵੀ ਵਰਤਿਆ ਹੈ। ਐ ਜੀ ਸ਼ਬਦ ਹੇ ਪਿਆਰੇ ਜੀ, ਇਹ ਜਗਿਆਸੂ ਲਈ ਵੀ ਵਰਤਿਆ ਗਿਆ ਹੈ। ਪ੍ਰਕਰਨ ਦੇ ਅਨੁਸਾਰ ਇਸ ਪਦ ਦੇ ਅਰਥ ਕਿਧਰੇ ਵਾਹਿਗੁਰੂ ਪਰਮੇਸ਼ਰ ਵੀ ਤੇ ਕਿਧਰੇ ਹੇ ਜਗਿਆਸੂ, ਹੇ ਭਾਈ ਵੀ ਇਉਂ ਵਿਦਵਾਨਾਂ ਨੇ ਕੀਤੇ ਨੇ। ਐ ਜੀ ਜਪ ਤਪ ਸੰਜਮ ਸੱਚ ਆਧਾਰ। ਹੇ ਪਿਆਰੇ ਜੀ, ਜਿਹੜਾ ਸੱਚੇ ਨਾਮ ਦਾ ਆਸਰਾ ਸਾਨੂੰ ਪ੍ਰਾਪਤ ਹੋਇਆ ਹੈ, ਇਹੀ ਅਸਲੀ ਜਪ ਹੈ, ਇਹੀ ਤਪ ਹੈ, ਇਹੀ ਸਾਡਾ ਸੰਜਮ ਹੈ, ਇਹੀ ਸਾਡਾ ਵਰਤ ਨੇਮ ਹੈ, ਇਹੀ ਸਾਡਾ ਹਰ ਤਰ੍ਹਾਂ ਦਾ ਪਰਹੇਜ਼ ਹੈ। ਵੀ ਇਹਨੇ ਸੰਜਮ ਕੀਤਾ ਹੋਇਆ, ਪਰਹੇਜ਼ ਨੂੰ ਵੀ ਸੰਜਮ ਕਹਿੰਦੇ ਨੇ। ਲੋ ਹਜ਼ੂਰ ਕਹਿੰਦੇ ਨੇ, ਹੇ ਪਿਆਰੇ ਜੀ, ਜਿਹੜਾ ਸੱਚੇ ਨਾਮ ਦਾ ਆਸਰਾ ਸਾਨੂੰ ਮਿਲਿਆ ਹੈ, ਇਹੀ ਸਾਡਾ ਜਪ, ਇਹੀ ਸਾਡਾ ਤਪ, ਇਹੀ ਸਾਡਾ ਸੰਜਮ ਪਰਹੇਜ਼ ਹੈ। ਹਰ ਹਰ ਨਾਮ ਦੇਹ ਸੁਖ ਪਾਈਐ। ਹੇ ਵਾਹਿਗੁਰੂ ਜੀ,
ਜੇ ਤੂੰ ਸਾਨੂੰ ਆਪਣਾ ਨਾਮ ਦੇ ਦੇਵੇਂ ਸੁਖ ਪਾਈਐ, ਫਿਰ ਅਸੀਂ ਲੋਕ ਤੇ ਪਰਲੋਕ ਦਾ ਸदैवी ਸੁਖ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਨਾਮ ਦੁਆਰਾ ਲੋਕ ਤੇ ਪਰਲੋਕ ਦਾ ਸੁਖ ਮਿਲਦਾ ਹੈ। ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਜਪਮਾਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਹ ਨਾਮ ਦਾ ਫਲ ਹੈ। ਹਜ਼ੂਰ ਫਰਮਾਉਂਦੇ ਨੇ, ਹਰ ਹਰ ਨਾਮ ਦੇਹ ਸੁਖ ਪਾਈਐ, ਤੇਰੀ ਭਗਤ ਭਰੇ ਭੰਡਾਰ ਹੈ ਵਾਹਿਗੁਰੂ ਜੀ। ਤੇਰੀ ਭਗਤੀ ਦੇ ਬੇਅੰਤ ਭੰਡਾਰ ਭਰੇ ਹੋਏ ਨੇ, ਪਰ ਜਿਨ੍ਹਾਂ ਤੇ ਤੂੰ ਪ੍ਰਸੰਨ ਹੁੰਨਾ ਹੈ ਤੇ ਫਿਰ ਉਹਨਾਂ ਨੂੰ ਭਗਤੀ ਦੇ ਭੰਡਾਰ ਬਖਸ਼ਿਸ਼ ਕਰਦਾ ਹੈ। ਹਰ ਕੋਈ ਨਹੀਂ ਉਹ ਭੰਡਾਰੇ ਲੈ ਸਕਦਾ, ਤੇਰੀ ਮਿਹਰ ਦੇ ਨਾਲ ਹੀ ਉਹ ਭੰਡਾਰੇ ਪ੍ਰਾਪਤ ਹੁੰਦੇ ਨੇ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਕਵਨ ਕਵਨ ਜਾਚੈ ਪ੍ਰਭ ਦਾਤੇ, ਤਾਕੇ ਅੰਤ ਨ ਪਰਹਿ ਸੁਮਾਰ। ਇਹ ਵਾਹਿਗੁਰੂ ਜੀ ਤੁਸੀਂ ਦਾਤੇ ਹੋ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੁਸੀਂ ਸਾਰੇ ਜੀਵਾਂ ਦੇ ਦਾਤੇ ਹੋ। ਕਵਨ ਕਵਨ ਜਚ ਹੈ ਪ੍ਰਭ ਦਾਤੇ, ਇਹ ਦਾਤੇ ਵਾਹਿਗੁਰੂ ਜੀ ਕਿਹੜੇ ਕਿਹੜੇ ਲੋਕ ਤੁਹਾਡੇ ਪਾਸੋਂ ਮੰਗਦੇ ਨੇ। ਤਾਂ ਕਿ ਅੰਤ ਨਾ ਪਰਹਿ ਸ਼ੁਮਾਰ। ਸ਼ੁਮਾਰ ਦਾ ਅਰਥ ਜੇ ਹਿਸਾਬ ਕਿਤਾਬ ਕਰਨ ਲੱਗੀਏ ਨਾ, ਜਿੰਨੇ ਲੋਕ ਜਿੰਨੇ ਜੀਵ ਤੇਰੇ ਕੋਲੋਂ ਮੰਗਦੇ ਨੇ ਉਹਨਾਂ ਦੇ ਅੰਤ ਨਹੀਂ ਪੈ ਸਕਦੇ। ਅੰਤ ਬਹੁ ਵਚਨ ਹੈ ਤੇ ਪਰਹਿ ਜਿਹੜੀ ਸ਼ਬਦ ਹੈ ਇਹ ਵੀ ਬਹੁ ਵਚਨ ਦਾ ਵਾਚਕ ਹੀ ਹੈ। ਹੇ ਵਾਹਿਗੁਰੂ ਜੀ ਤੁਸੀਂ ਦਾਤੇ ਹੋ, ਤੁਹਾਡੇ ਕੋਲੋਂ ਕਿਹੜੇ ਕਿਹੜੇ ਲੋਕ ਦਾਨ ਮੰਗਦੇ ਨੇ, ਜੇ ਉਹਨਾਂ ਦੀ ਗਿਣਤੀ ਕਰਨ ਲੱਗੀਏ ਤਾਂ ਉਹਨਾਂ ਦਾ ਅੰਤ ਨਹੀਂ ਪੈ ਸਕਦਾ। ਜੈਸੀ ਭੂਖ ਹੋਏ ਅਭਯੰਤਰ, ਤੂੰ ਸਮਰੱਥ ਸਚ ਦੇਵਨਹਾਰ। ਇਹ ਵਾਹਿਗੁਰੂ ਜੀ ਜਿਹੋ ਜੀ ਵੀ ਭੁੱਖ ਕਿਸੇ ਦੇ ਅਭ ਅੰਤਰ ਹਿਰਦੇ ਵਿੱਚ, ਕਿਸੇ ਦੇ ਦਿਲ ਵਿੱਚ ਹੁੰਦੀ ਹੈ, ਕਿਉਂਕਿ ਜਿੰਨੇ ਵੀ ਦੁਨੀਆ ਦੇ ਲੋਕ ਨੇ ਜ਼ਰੂਰੀ ਨਹੀਂ ਵੀ ਇੱਕੋ ਹੀ ਸਾਰਿਆਂ ਦੇ ਮਨ ਦੇ ਵਿੱਚ ਭੁੱਖ ਹੋਵੇ, ਇੱਕੋ ਹੀ ਇੱਛਾ ਹੋਵੇ। ਕਿਸੇ ਦੀ ਕੋਈ ਇੱਛਾ ਹੁੰਦੀ, ਕਿਸੇ ਦੀ ਕੋਈ ਤਮੰਨਾ ਹੁੰਦੀ ਹੈ। ਲਓ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਸਮਰੱਥ ਦਾਤੇ ਹੋ ਤੇ ਹਮੇਸ਼ਾ ਲਈ ਤੁਸੀਂ ਸਥਿਰ ਰਹਿਣ ਵਾਲੇ ਹੋ। ਜਿਹੋ ਜੀ ਕਿਸੇ ਦੇ ਅੰਦਰ ਭੁੱਖ ਹੋਵੇ ਤੇ ਜਿਹੋ ਜੀ ਵੀ ਕਿਸੇ ਦੇ ਹਿਰਦੇ ਵਿੱਚ ਭੁੱਖ ਹੋਵੇ ਤੇ ਤੁਸੀਂ ਮਹਾਰਾਜ ਉਸ ਨੂੰ ਦੇਣ ਵਾਸਤੇ ਸਮਰੱਥ ਦਾਤੇ ਹੋ ਤੇ ਸਦਾ ਸਥਿਰ ਰਹਿਣ ਵਾਲੇ ਹੋ। ਐ ਜੀ ਜਪ ਤਪ ਸੰਜਮ ਸੱਚ ਆਧਾਰ, ਹਰ ਹਰ ਨਾਮ ਦੇਹ ਸੁਖ ਪਾਈਐ, ਤੇਰੀ ਭਗਤ ਭਰੇ ਭੰਡਾਰ ਰਹਾਉ। ਐ ਜੀ ਹੈ ਵਾਹਿਗੁਰੂ ਜੀ, ਜੋ ਸਾਨੂੰ ਸੱਚੇ ਨਾਮ ਦਾ ਆਸਰਾ ਤੁਹਾਡੀ ਮਿਹਰ ਨਾਲ ਪ੍ਰਾਪਤ ਹੋਇਆ ਹੈ, ਇਹੀ ਸਾਡੇ ਲਈ ਸਭ ਤੋਂ ਉੱਤਮ ਜਪ ਹੈ, ਇਹੀ ਤਪ ਹੈ, ਇਹੀ ਸਾਡਾ ਸੰਜਮ ਵਰਤ ਨੇਮ ਹੈ। ਹਰ ਹਰ ਨਾਮ ਦੇਹ ਸੁਖ ਪਾਈਆ। ਹੈ ਵਾਹਿਗੁਰੂ ਜੇ ਤੂੰ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇਂ, ਉਸ ਨਾਮ ਦੁਆਰਾ ਅਸੀਂ ਸदैवी ਸੁਖ ਪ੍ਰਾਪਤ ਕਰ ਸਕਦੇ ਹਾਂ। ਤੇਰੀ ਭਗਤ ਭਰੇ ਭੰਡਾਰ, ਤੇਰੀ ਭਗਤੀ ਦੇ ਵੀ ਬੇਅੰਤ ਭੰਡਾਰ ਭਰੇ ਹੋਏ ਨੇ, ਪਰ ਜਿਸ ਨੂੰ ਤੂੰ ਦੇਵੇਂ ਉਸੇ ਨੂੰ ਹੀ ਉਹ ਪ੍ਰਾਪਤ ਹੁੰਦੇ ਹਨ। ਸੁਨ ਸਮਾਦ ਰਹਿ ਲਿਵ ਲਾਗੇ, ਏਕਾ ਏਕੀ ਸ਼ਬਦ ਵਿਚਾਰ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਨ ਸਮਾਦ ਰਹਿ ਲਿਵ ਲਾਗੇ। ਜਿਹੜੇ ਸੁਨ ਸਮਾਧੀ ਲਾਉਣ ਵਾਲੇ ਲੋਕ ਨੇ ਔਰ ਉਹ ਤੇਰੇ ਸੁਨ ਸਮਾਧ ਰਹਿ ਲਿਵ ਲਾਗੀ, ਉਹ ਸੁਨ ਸਮਾਧੀ ਦੇ ਵਿੱਚ, ਅਫੁਰ ਸਮਾਧੀ ਦੇ ਵਿੱਚ ਹੀ ਹਮੇਸ਼ਾ ਲਿਵ ਲਾ ਕੇ ਟਿਕੇ ਰਹਿੰਦੇ ਨੇ। ਏਕਾ ਏਕੀ ਸ਼ਬਦ ਵਿਚਾਰ, ਔਰ ਉਹ ਉੱਥੇ ਟਿਕੇ ਕੇਵਲ ਇੱਕੋ ਇੱਕ ਸ਼ਬਦ ਦੀ ਵਿਚਾਰ ਕਰਦੇ ਨੇ, ਤੇਰੇ ਨਾਮ ਦੀ ਵਿਚਾਰ ਕਰਦੇ ਨੇ, ਤੇਰੇ ਨਾਮ ਦੀ ਸਿਫਤ ਸਲਾਹ ਕਰਦੇ ਹਨ। ਜਲ ਥਲ ਧਰਨ ਗਗਨ ਤਹਿ ਨਾਹੀ, ਆਪੇ ਆਪ ਕੀਆ ਕਰਤਾਰ। ਤੇ ਜਿਹੜੀ ਅਫੁਰ ਅਵਸਥਾ ਹੈ ਉਹ ਇਹੋ ਜੀ ਹੈ, ਜਲ ਥਲ ਧਰਨ ਗਗਨ ਤਹਿ ਨਾਹੀ, ਨਾ ਉੱਥੇ ਜਲ ਹੈ, ਨਾ ਉੱਥੇ ਥਲ ਕੋਈ ਉਹ ਖੁਸ਼ਕ ਥਾਂ ਹੈ, ਨਾ ਉੱਥੇ ਧਰਤੀ ਹੈ, ਨਾ ਉੱਥੇ ਆਕਾਸ਼ ਹੈ। ਜਿਹੜੀ ਅਫੁਰ ਅਵਸਥਾ ਹੈ ਨਾ ਸੁਨ ਸਮਾਧੀ ਦੀ, ਨਾ ਉੱਥੇ ਪਾਣੀ ਹੈ, ਨਾ ਥਲ ਖੁਸ਼ਕ ਥਾਂ ਹੈ, ਨਾ ਧਰਤੀ, ਨਾ ਉੱਥੇ ਆਕਾਸ਼ ਹੀ ਹੈ। ਆਪੇ ਆਪ ਕੀਆ ਕਰਤਾਰ। ਹਜ਼ੂਰ ਕਹਿੰਦੇ ਨੇ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਨੂੰ
ਉੱਥੇ ਟਿਕਾਇਆ ਹੋਇਆ ਹੈ, ਆਪਣੇ ਆਪ ਨੂੰ ਹੀ ਉੱਥੇ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਕੀਤਾ ਹੋਇਆ ਹੈ। ਇਸ ਲਈ ਉੱਥੇ ਹੋਰ ਕੋਈ ਚੀਜ਼ ਉਹਨਾਂ ਨੂੰ ਅਨੁਭਵ ਨਹੀਂ ਹੁੰਦੀ। ਦੂਜਾ, ਕੁਛ ਵਿਦਵਾਨਾਂ ਨੇ ਅਨਵੇਂ ਕਰਕੇ ਵੀ ਇਹਦਾ 2 ਪੰਕਤੀਆਂ ਦਾ ਅਰਥ ਲਾਇਆ ਹੈ, ਆਪੇ ਆਪ ਕੀਆ ਕਰਤਾਰ। ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ ਗਿਆ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਵੀ ਜਦੋਂ ਸੰਸਾਰ ਨਹੀਂ ਸੀ ਬਣਿਆ ਤੇ ਉਸ ਵੇਲੇ ਕੌਣ ਸੀ? ਤਾਂ ਸਤਿਗੁਰੂ ਦਾ ਜਵਾਬ ਸੀ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ। ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੈਦਾ ਕਰਨ ਵਾਲਾ ਕੌਣ ਸੀ? ਜਦੋਂ ਇਹ ਸਵਾਲ ਕੀਤਾ, ਇਹਦਾ ਜਵਾਬ ਸਤਿਗੁਰੂ ਨੇ ਇਹ ਦਿੱਤਾ ਹੈ, ਆਪੇ ਆਪ ਕੀਆ ਕਰਤਾਰ। ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ। ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਪਿੱਛੇ ਆਇਆ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸ੍ਰੀ ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਵੀ ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਸਤਿਗੁਰੂ ਨੇ ਉਹ ਸਿਧਾਂਤ ਪ੍ਰਗਟਾਇਆ ਹੈ, ਆਪੇ ਆਪ ਕੀਆ ਕਰਤਾਰ। ਉਸ ਅਕਾਲ ਪੁਰਖ ਵਾਹਿਗੁਰੂ ਨੇ ਉਸ ਵੇਲੇ ਆਪਣੇ ਆਪ ਨੂੰ ਆਪ ਹੀ ਪ੍ਰਗਟ ਕੀਤਾ। ਉਹਨੂੰ ਕੋਈ ਪੈਦਾ ਕਰਨ ਵਾਲਾ, ਉਹਨੂੰ ਕੋਈ ਜਨਮ ਦੇਣ ਵਾਲਾ, ਕੋਈ ਉਹਨੂੰ ਬਣਾਉਣ ਵਾਲਾ ਦੂਸਰਾ ਨਹੀਂ ਸੀ। ਲੋ ਸਤਿਗੁਰੂ ਕਹਿੰਦੇ ਨੇ, ਨਾ ਉੱਥੇ ਜਲ ਸੀ, ਨਾ ਉੱਥੇ ਥਲ ਸੀ, ਤੇ ਨਾ ਹੀ ਧਰਤੀ ਸੀ, ਨਾ ਆਕਾਸ਼ ਸੀ। ਕਿਉਂਕਿ ਬਾਕੀ ਤੇ ਸਾਰੀ ਸ੍ਰਿਸ਼ਟੀ ਹੀ ਪੌਣ ਪਾਣੀ ਤੋਂ ਹੀ ਪੈਦਾ ਹੋਈ ਹੈ ਨਾ, 5 ਤੱਤਾਂ ਤੋਂ ਬਣੀ ਹੋਈ ਹੈ। 5 ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਪਰ ਸਤਿਗੁਰੂ ਕਹਿੰਦੇ ਨੇ, ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ, ਉਸ ਵੇਲੇ 5 ਤੱਤ ਵੀ ਨਹੀਂ ਸਨ। ਨਾ ਉੱਥੇ ਪਾਣੀ ਸੀ, ਨਾ ਥਲ ਖੁਸ਼ਕ ਥਾਂ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ। ਤੇ ਫਿਰ ਉਸ ਵੇਲੇ ਕਿਹੋ ਜਿਹੀ ਅਵਸਥਾ ਸੀ? ਤਾਂ ਸਤਿਗੁਰੂ ਕਹਿੰਦੇ, ਸੁਨ ਸਮਾਧ ਰਹਿਣ ਲਿਵ ਲਾਗੇ। ਤੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਸੁਨ ਸਮਾਧੀ ਵਿੱਚ, ਅਫੁਰ ਅਵਸਥਾ ਦੇ ਵਿੱਚ ਹੀ ਲਿਵ ਲਾ ਕੇ ਟਿਕੇ ਰਹਿੰਦੇ ਸਨ। ਭਾਵ ਜਦੋਂ ਕੁਝ ਵੀ ਨਹੀਂ ਸੀ ਨਾ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਅਫੁਰ ਸਰੂਪ ਦੇ ਵਿੱਚ ਸਮਾਧੀ ਲਾ ਕੇ ਉੱਥੇ ਹਮੇਸ਼ਾ ਲਈ ਟਿਕੇ ਰਹਿੰਦੇ ਸਨ। ਉੱਥੇ ਲਿਵ ਲਾ ਕੇ ਹਮੇਸ਼ਾ ਲਈ ਟਿਕੇ ਰਹਿੰਦੇ ਸਨ। ਏਕਾ ਏਕੀ ਸ਼ਬਦ ਵਿਚਾਰ, ਉੱਥੇ ਕੇਵਲ ਇੱਕੋ ਇੱਕ ਉਸ ਵਾਹਿਗੁਰੂ ਦੇ ਹੁਕਮ ਦੀ ਵਿਚਾਰ ਸੀ। ਉਸ ਤੋਂ ਬਿਨਾਂ ਹੋਰ ਕੋਈ ਦੂਸਰੀ ਵਸਤੂ ਨਹੀਂ ਸੀ। ਨਾ ਤਦ ਮਾਇਆ ਮਗਨ ਨਾ ਛਾਇਆ, ਨਾ ਸੂਰਜ ਚੰਦ ਨਾ ਜੋਤ ਅਪਾਰ। ਲੋ ਹਜ਼ੂਰ ਕਹਿੰਦੇ ਨੇ, ਜਦੋਂ ਅਕਾਲ ਪੁਰਖ ਹੀ ਸੀ, ਉਸ ਵੇਲੇ ਹੋਰ ਕੁਝ ਵੀ ਨਹੀਂ ਸੀ। ਨਾ ਤਦ ਮਾਇਆ, ਨਾ ਉੱਥੇ ਮਾਇਆ ਸੀ, ਕਿਉਂਕਿ ਮਾਇਆ ਰੱਬ ਦੀ ਸ਼ਕਤੀ ਹੈ। ਉਹ ਵੀ ਬਾਅਦ ਵਿੱਚ ਹੀ ਪੈਦਾ ਹੋਈ। ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਉੱਥੇ ਕੁਦਰਤ ਸ਼ਬਦ ਵਰਤਿਆ, ਇੱਥੇ ਮਾਇਆ ਸ਼ਬਦ ਵਰਤਿਆ। ਮਾਇਆ ਤੇ ਕੁਦਰਤ, ਪ੍ਰਕਿਰਤੀ ਚਾਹੇ ਪ੍ਰਧਾਨ, ਕੁਛ ਵੀ ਕਹਿ ਦਿਓ, ਸਾਰੇ ਮਾਇਆ ਦੇ ਹੀ ਨਾਮ ਨੇ। ਲੋ ਹਜ਼ੂਰ ਕਹਿੰਦੇ ਨੇ, ਨਾ ਤਦ ਮਾਇਆ, ਨਾ ਉਸ ਵੇਲੇ ਮਾਇਆ ਹੀ ਸੀ, ਤੇ ਨਾ ਹੀ ਮਗਨ, ਕੋਈ ਮਾਇਆ ਦੇ ਵਿੱਚ ਮਗਨ ਹੋਣ ਵਾਲਾ ਕੋਈ ਜੀਵ ਹੀ ਸੀ, ਤੇ ਨਾ ਛਾਇਆ, ਤੇ ਨਾ ਹੀ ਛਾਇਆ ਉੱਥੇ ਕੋਈ ਅਵਿਦਿਆ ਸੀ। ਜਿਹੜੀ ਮਾਇਆ ਸ਼ੁੱਧ ਸ਼ਕਤੀ ਹੈ, ਤੇ ਜਿਹੜੀ ਮਲੀਨ ਸ਼ਕਤੀ ਹੈ, ਉਹਨੂੰ ਛਾਇਆ ਕਹਿੰਦੇ ਨੇ। ਨਾ ਉਸ ਵੇਲੇ ਈਸ਼ਵਰ ਦੀ ਮਾਇਆ ਸੀ, ਤੇ ਨਾ ਹੀ ਉੱਥੇ ਜਿਹੜੀ ਇਸ ਜੀਵ ਦੇ ਉੱਤੇ ਮਾਇਆ ਪਈ ਹੋਈ ਹੈ, ਉਹ ਛਾਇਆ ਅਵਿਦਿਆ ਦੇ ਰੂਪ ਦੇ ਵਿੱਚ, ਉਹ ਵੀ ਉੱਥੇ ਉਸ ਵੇਲੇ ਹਾਜ਼ਰ ਨਹੀਂ ਸੀ। ਨਾ ਸੂਰਜ ਚੰਦ ਨਾ ਜੋਤ ਅਪਾਰ, ਨਾ ਉੱਥੇ ਸੂਰਜ ਸੀ, ਤੇ ਨਾ ਹੀ ਉੱਥੇ ਚੰਦਰਮਾ ਸੀ। ਤੇ ਉਸ ਵੇਲੇ ਹੈ ਕੀ ਸੀ? ਜੋਤ ਅਪਾਰ। ਉਸ ਅਪਾਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਹੀ ਪ੍ਰਕਾਸ਼ ਸੀ। ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਨਾ ਉੱਥੇ ਸੂਰਜ ਦੀ ਰੋਸ਼ਨੀ ਸੀ, ਨਾ ਚੰਦਰਮਾ ਦੀ ਰੋਸ਼ਨੀ ਸੀ, ਤੇ ਨਾ ਹੀ ਉੱਥੇ ਮਾਇਆ ਤੇ ਛਾਇਆ ਦਾ ਕੋਈ ਪ੍ਰਭਾਵ ਦਿਖਾਈ ਦਿੰਦਾ ਸੀ। ਸਰਬ ਦ੍ਰਿਸ਼ਟ ਲੋਚਨ ਅਭਿਅੰਤਰ, ਏਕਾ ਨਦਰ ਸੋਤਰੇ ਭਵਨ ਸਾਰ। ਲੋ ਹਜ਼ੂਰ ਕਹਿੰਦੇ ਨੇ, ਸਰਬ ਦ੍ਰਿਸ਼ਟ ਲੋਚਨ ਅਭਿਅੰਤਰ, ਇਹ ਜਿਤਨਾ ਵੀ ਸਾਰਾ ਪਸਾਰਾ ਹੈ, ਦ੍ਰਿਸ਼ਟ ਲੋਚਨ, ਜੋ ਸਾਡੀਆਂ ਇਹਨਾਂ ਅੱਖਾਂ ਦੀ ਦ੍ਰਿਸ਼ਟੀ ਗੋਚਰ ਹੋ ਰਿਹਾ ਹੈ, ਆ ਜਿਤਨਾ ਵੀ ਪਸਾਰਾ ਹੈ, ਇਹਨਾਂ ਅੱਖਾਂ ਦੀ ਦ੍ਰਿਸ਼ਟੀ ਦੇ ਨਾਲ ਸਾਨੂੰ ਦਿਸ ਰਿਹਾ ਹੈ, ਇਹ ਵੀ ਉਸ ਵੇਲੇ ਨਹੀਂ ਸੀ।
ਅਵ ਅੰਤਰ, ਇਹ ਸਾਰਾ ਕੁਝ ਉਸ ਵਾਹਿਗੁਰੂ ਦੇ ਹਿਰਦੇ ਵਿੱਚ ਹੀ ਸੀ, ਬਾਹਰ ਕੁਝ ਨਹੀਂ ਸੀ। ਏਕਾ ਨਦਰ ਸੋਤਰੇ ਪਵਨ ਸਾਰ, ਵੀ ਜਿਹੜੇ ਤਿੰਨੇ ਪਵਨਾਂ ਦੀ ਸਾਰ ਖਬਰਸਾਰ ਲੈਣ ਵਾਲੀ ਵਾਹਿਗੁਰੂ ਦੀ ਨਦਰ ਦ੍ਰਿਸ਼ਟੀ ਸੀ, ਤੇ ਉਹ ਵੀ ਉਸ ਵੇਲੇ ਵੱਖਰੀ ਕੋਈ ਨਹੀਂ ਸੀ। ਨਾ ਤੇ ਇਹਨਾਂ ਅੱਖਾਂ ਦੇ ਨਾਲ ਦਿਸਣ ਵਾਲਾ ਇਹ ਸੰਸਾਰ ਦਾ ਪਸਾਰਾ ਹੀ ਉਸ ਵੇਲੇ ਸੀ, ਤੇ ਨਾ ਹੀ ਤਿੰਨੇ ਪਵਨਾਂ ਦੀ ਸਾਰ ਲੈਣ ਵਾਲੀ ਨਦਰ, ਉਹ ਵੀ ਉਸ ਵੇਲੇ ਨਹੀਂ ਸੀ। ਇਹ ਸਾਰਾ ਕੁਝ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਹਿਰਦੇ ਵਿੱਚ ਹੀ, ਉਹਦੇ ਸੰਕਲਪ ਦੇ ਵਿੱਚ ਹੀ ਉਸ ਵੇਲੇ ਸਮਾਇਆ ਹੋਇਆ ਸੀ। ਪਵਨ ਪਾਣੀ ਅਗਨ ਤਿਨ ਕੀਆ, ਬ੍ਰਹਮਾ ਵਿਸ਼ਨ ਮਹੇਸ਼ ਆਕਾਰ। ਤੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਿਸੇ ਗੂੜੇ ਪ੍ਰਸ਼ਨ ਕੀਤੇ ਜਾ ਰਹੇ ਨੇ। ਫਿਰ ਮਹਾਰਾਜ ਦੱਸੋ ਸੰਸਾਰ ਕਿਵੇਂ ਬਣਾਇਆ ਗਿਆ? ਠੀਕ ਹੈ, ਜਦੋਂ ਸੰਸਾਰ ਨਹੀਂ ਸੀ ਉਸ ਵੇਲੇ ਤਾਂ ਤੁਸੀਂ ਦੱਸ ਦਿੱਤਾ ਵੀ ਉਸ ਵੇਲੇ ਕੇਵਲ ਉਹ ਕਰਤਾਰ ਸੀ, ਕੇਵਲ ਉਸ ਵੇਲੇ ਨਿਰੰਕਾਰ ਸੀ, ਹੋਰ ਕੁਝ ਵੀ ਨਹੀਂ ਸੀ। ਪਰ ਜਦੋਂ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਬਣਾਇਆ, ਉਹ ਕਿਵੇਂ ਬਣਾਇਆ? ਲਓ ਹੁਣ ਉਹਦੇ ਬਾਰੇ ਜੋ ਸਤਿਗੁਰੂ ਮਹਾਰਾਜ ਵਿਚਾਰ ਦੱਸਦੇ ਨੇ ਉਹ ਸੁਣੋ। ਪਵਨ ਪਾਣੀ ਅਗਨ ਤਿਨ ਕੀਆ, ਹਾਜ਼ੂਰ ਕਹਿੰਦੇ ਨੇ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਪਵਨ, ਹਵਾ, ਗੈਸ ਪੈਦਾ ਕੀਤੀ। ਉਸ ਤੋਂ ਅੱਗੇ ਪਾਣੀ ਹੋਂਦ ਵਿੱਚ ਆਇਆ, ਤੇ ਪਾਣੀ ਤੋਂ ਬਾਅਦ ਅੱਗ ਬਣੀ। ਪੌਣ, ਪਾਣੀ, ਅੱਗ, ਇਹ ਤਿੰਨ ਤੱਤ ਪਹਿਲਾਂ ਵਾਹਿਗੁਰੂ ਨੇ ਪੈਦਾ ਕੀਤੇ, ਕਿਉਂਕਿ ਧਰਤੀ ਤੇ ਅਸਮਾਨ ਇਹਦੇ ਪਹਿਲਾਂ ਹੀ ਬਣੇ। ਤੇ ਪੌਣ, ਪਾਣੀ, ਅੱਗ ਤੋਂ ਅੱਗੇ ਸੰਸਾਰ ਦੀ ਉਤਪਤੀ ਕੀਤੀ ਗਈ। ਬ੍ਰਹਮਾ ਵਿਸ਼ਨ ਮਹੇਸ਼ ਆਕਾਰ, ਤੇ ਫਿਰ ਅੱਗੇ ਸੰਸਾਰ ਦੀ ਕਾਰ ਕਿਰਤ ਚਲਾਉਣ ਦੇ ਲਈ ਬ੍ਰਹਮਾ ਦੇਵਤਾ ਪੈਦਾ ਕੀਤਾ, ਤੇ ਦੂਸਰਾ ਵਿਸ਼ਨੂੰ, ਤੀਸਰਾ ਮਹੇਸ਼ ਦਾ ਆਕਾਰ ਵਜੂਦ, ਉਹਦਾ ਸਰੂਪ ਘੜਿਆ ਗਿਆ। ਕਿਉਂਕਿ ਹਿੰਦੂ ਮਤ ਅਨੁਸਾਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨ ਦੇਵਤੇ, ਇੱਕ ਸ੍ਰਿਸ਼ਟੀ ਦਾ ਕਰਤਾ ਹੈ, ਦੂਸਰਾ ਸ੍ਰਿਸ਼ਟੀ ਦਾ ਪਾਲਕ ਹੈ, ਤੇ ਤੀਸਰਾ ਸ੍ਰਿਸ਼ਟੀ ਦਾ ਸੰਘਾਰਕ ਹੈ। ਲੋ ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਪੌਣ, ਹਵਾ, ਫਿਰ ਪਾਣੀ, ਫਿਰ ਅੱਗ ਨੂੰ ਪੈਦਾ ਕੀਤਾ। ਉਸ ਤੋਂ ਅੱਗੇ ਉਹਨੇ ਤਿੰਨ ਦੇਵਤੇ ਬਣਾਏ, ਇਹ ਤਿੰਨ ਸ਼ਕਤੀਆਂ ਪੈਦਾ ਕੀਤੀਆਂ। ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੀ ਸ਼ਕਤੀ, ਤੇ ਵਿਸ਼ਨੂੰ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੀ ਸ਼ਕਤੀ, ਤੇ ਮਹੇਸ਼ ਸ੍ਰਿਸ਼ਟੀ ਨੂੰ ਨਾਸ਼ ਕਰਨ ਵਾਲੀ ਸ਼ਕਤੀ ਦਾ ਆਕਾਰ ਹੋਂਦ ਵਿੱਚ ਆਇਆ। ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ। ਹੇ ਵਾਹਿਗੁਰੂ ਜੀ, ਤੂੰ ਸਮਰੱਥ ਦਾਤਾ ਹੈ, ਤੂੰ ਪ੍ਰਭ ਦਾਤਾ। ਪ੍ਰਭੂ ਦਾ ਅਰਥ ਸਮਰੱਥ। ਹੇ ਵਾਹਿਗੁਰੂ, ਤੂੰ ਸਮਰੱਥ ਦਾਤਾ ਹੈ, ਤੇ ਸਰਬੇ ਜਾਚਕ, ਸਾਰੇ ਤੇਰੇ ਦਰ ਦੇ ਜਾਚਕ ਭਿਖਾਰੀ ਨੇ। ਜਿੰਨੇ ਵੀ ਜੀਵ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ ਲੈ ਕੇ, ਤੂੰ ਉਹਨਾਂ ਸਾਰਿਆਂ ਦਾ ਦਾਤਾ ਹੈ, ਤੇ ਸਾਰੇ ਤੇਰੇ ਦਰ ਦੇ ਭਿਖਾਰੀ ਨੇ। ਦਾਤ ਕਰੇ ਆਪਣਾ ਵਿਚਾਰ, ਹੇ ਵਾਹਿਗੁਰੂ ਤੂੰ ਆਪਣੀ ਵਿਚਾਰ ਦੇ ਅਨੁਸਾਰ ਸਾਰਿਆਂ ਨੂੰ ਦਾਤ ਦੇਣਾ। ਇਹਦਾ ਮਤਲਬ ਇਹ ਆ, ਤੇਰੇ ਦਰ ਦੇ ਸਾਰੇ ਭਿਖਾਰੀ ਨੇ, ਤੂੰ ਆਪਣੀ ਵਿਚਾਰ ਦੁਆਰਾ ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੇ ਉਸੇ ਤਰ੍ਹਾਂ ਤੂੰ ਸਭ ਨੂੰ ਦਾਤਾਂ ਬਖਸ਼ਿਸ਼ ਕਰਦਾ ਹੈ। ਕੋਟ ਤੇ ਤੀਸ ਜਾਚੈ ਪ੍ਰਭ ਨਾਇਕ, ਦੇਂਦੇ ਤੋਟ ਨਾਹੀ ਭੰਡਾਰ। ਧੰਨ ਗੁਰੂ ਨਾਨਕ ਤੇ ਮਹਾਰਾਜ ਦਾ ਦ੍ਰਿਸ਼ਟੀਕੋਣ ਬਹੁਤ ਵਿਸ਼ਾਲ ਹੈ। ਹਾਜ਼ੂਰ ਕਹਿੰਦੇ ਨੇ 33 ਕਰੋੜ ਦੇਵਤੇ ਹੈ ਵਾਹਿਗੁਰੂ ਤੇਰੇ ਦਰ ਤੋਂ ਮੰਗਦੇ ਨੇ। ਕੋਟ 33 ਜਾਚੈ ਪ੍ਰਭ ਨਾਇਕ, ਹੇ ਵਾਹਿਗੁਰੂ ਤੂੰ ਨਾਇਕ, ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਤੂੰ ਸੁਆਮੀ ਹੈ, ਤੇ 33 ਕਰੋੜ ਦੇਵਤੇ ਵੀ ਸਾਰੇ ਤੇਰੇ ਕੋਲੋਂ ਮੰਗਦੇ ਨੇ, ਭਾਵ ਤੇਰੇ ਦਰ ਦੇ ਭਿਖਾਰੀ ਨੇ। ਤੋਟ ਨਾਹੀ ਦੇਂਦੇ ਤੋਟ ਨਾਹੀ ਭੰਡਾਰ, ਹੈ ਵਾਹਿਗੁਰੂ ਤੂੰ ਸਭ ਦੇਵਤਿਆਂ ਨੂੰ ਵੀ ਰਿੱਧੀਆਂ ਸਿੱਧੀਆਂ ਹੋਰ ਦਾਤਾਂ ਬਖਸ਼ਿਸ਼ ਕਰਦਾ ਹੈ, ਤੇ ਹੋਰ ਜਿਤਨੇ ਜੀਵ ਨੇ ਜੋ ਵੀ ਤੇਰੇ ਕੋਲੋਂ ਮੰਗਦੇ ਨੇ ਸਭ ਨੂੰ ਦਾਤਾਂ ਦੇਣਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪਰ ਅਸਲੀ ਦਿਲਚਸਪ ਗੱਲ ਇਹ ਹੈ, ਦਿੰਦੇ ਤੋਟ ਨਾਹੀ ਭੰਡਾਰ, ਦਿੰਦਿਆਂ ਹੋਇਆਂ ਤੇਰੇ ਭੰਡਾਰਿਆਂ ਦੇ ਵਿੱਚ ਕਦੇ ਤੋਟ ਨਹੀਂ ਆਉਂਦੀ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਦੇਣ ਵਾਲਾ ਦਾਤਾ ਦਿੰਦਾ ਰਹਿੰਦਾ, ਲੈਣ ਵਾਲੇ ਹੀ ਥੱਕ ਜਾਂਦੇ ਨੇ। ਲੈਣ ਵਾਲਿਆਂ ਤੋਂ ਨਹੀਂ ਵਾਹਿਗੁਰੂ ਦੀ ਦਾਤ ਸੰਭਾਲੀ ਜਾਂਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਐਸੇ ਸਮਰੱਥ ਦਾਤੇ ਹੋ, 33 ਕਰੋੜ ਦੇਵਤੇ ਤੁਹਾਡੇ ਦਰ ਤੋਂ ਮੰਗਦੇ ਨੇ,
ਹੋਰ ਵੀ ਸਾਰੀ ਸ੍ਰਿਸ਼ਟੀ ਤੁਹਾਡੇ ਦਰ ਦੀ ਜਾਚਕ ਹੈ, ਪਰ ਦਾਤ ਭੰਡਾਰੇ ਦਿੰਦਿਆਂ ਹੋਇਆਂ ਤੇ ਕਦੇ ਤੁਹਾਡੇ ਭੰਡਾਰਿਆਂ ਦੇ ਵਿੱਚ ਕਮੀ ਨਹੀਂ ਆਉਂਦੀ। ਓਂਦੈ ਭਾਂਡੈ ਕਛ ਨ ਸਮਾਵੈ, ਸੀਧੈ ਅੰਮ੍ਰਿਤ ਪਰੈ ਨਿਹਾਰ। ਇੱਕ ਗੱਲ, ਬੜੀ ਸੁੰਦਰ ਗੱਲ ਸਤਿਗੁਰੂ ਮਹਾਰਾਜ ਇੱਥੇ ਸਾਨੂੰ ਸਮਝਾ ਰਹੇ ਨੇ। ਕਹਿੰਦੇ ਓਂਦੈ ਭਾਂਡਾ, ਜੇ ਭਾਂਡਾ ਉਲਟਾ ਕੀਤਾ ਹੋਇਆ ਹੈ ਨਾ, ਕਛ ਨਾ ਸਮਾਵੇ, ਉਹਦੇ ਵਿੱਚ ਕੁਝ ਵੀ ਨਹੀਂ ਪੈ ਸਕਦਾ, ਉਹਦੇ ਵਿੱਚ ਕੁਝ ਨਹੀਂ ਸਮਾ ਸਕਦਾ। ਹੁਣ ਤੁਸੀਂ ਭਾਂਡਾ ਮੂਧਾ ਮਾਰਿਆ ਹੋਇਆ ਹੈ, ਉਹਦੇ ਵਿੱਚ ਕੁਝ ਨਹੀਂ ਪੈ ਸਕਦਾ। ਸਿੱਧਾ ਅੰਮ੍ਰਿਤ ਪਰੈ ਨਿਹਾਰ, ਜਿਹੜਾ ਭਾਂਡਾ ਸਿੱਧਾ ਹੁੰਦਾ ਹੈ ਉਹਦੇ ਵਿੱਚ ਨਿਹਾਰ ਦਾ ਅਰਥ ਹੈ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਅੰਮ੍ਰਿਤ ਪੈਂਦਾ। ਜਿਹੜਾ ਭਾਂਡਾ ਸਿੱਧਾ ਹੋਵੇ ਉਹਦੇ ਵਿੱਚ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਅੰਮ੍ਰਿਤ ਪੈ ਜਾਂਦਾ ਹੈ, ਤੇ ਜਿਹੜਾ ਭਾਂਡਾ ਉਲਟਾ ਹੁੰਦਾ ਹੈ ਉਹਦੇ ਵਿੱਚ ਕੁਝ ਵੀ ਨਹੀਂ ਸਮਾ ਸਕਦਾ, ਕੁਝ ਵੀ ਨਹੀਂ ਪੈ ਸਕਦਾ। ਇਹਦਾ ਮਤਲਬ ਕੀ ਹੋਇਆ ਬਈ ਜਿਨ੍ਹਾਂ ਦੇ ਹਿਰਦੇ ਰੂਪ ਭਾਂਡੇ ਮੂਧੇ ਨੇ, ਭਾਵ ਜਿਹੜੇ ਵਿਮੁਖ ਹਿਰਦੇ ਵਾਲੇ ਲੋਕ ਨੇ, ਉਹ ਰੱਬ ਦੇ ਕੋਲੋਂ ਕੁਝ ਨਹੀਂ ਲੈ ਸਕਦੇ। ਉਹਨਾਂ ਦੇ ਭਾਂਡੇ ਮੂਧੇ ਮਾਰੇ ਹੋਏ ਨੇ, ਉਹਨਾਂ ਨੂੰ ਕੁਝ ਨਹੀਂ ਮਿਲ ਸਕਦਾ। ਤੇ ਜਿਹੜੇ ਜਿਨ੍ਹਾਂ ਦੇ ਭਾਂਡੇ ਸਿੱਧੇ ਨੇ, ਭਾਵ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਤੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਨੇ, ਤੇ ਗੁਰੂ ਦੀ ਮਿਹਰ ਦ੍ਰਿਸ਼ਟੀ ਦੇ ਨਾਲ ਉਹਨਾਂ ਦੇ ਵਿੱਚ ਅੰਮ੍ਰਿਤ ਨਾਮ ਪੈ ਜਾਂਦਾ ਹੈ, ਨਾਮ ਬਾਣੀ ਦਾ ਅੰਮ੍ਰਿਤ ਰਸ ਭਰ ਜਾਂਦਾ ਹੈ। ਸਿੱਧ ਸਮਾਧੀ ਅੰਤਰ ਜਾਚ ਹੈ, ਰਿੱਧ ਸਿੱਧ ਜਾਚ ਕਰੈ ਜੈਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਦਰ ਦੇ ਕਿਹੜੇ ਕਿਹੜੇ ਭਿਖਾਰੀ ਨੇ, ਕੋਈ ਗਿਣਤੀ ਨਹੀਂ ਹੋ ਸਕਦੀ। ਸਿੱਧ ਸਮਾਧੀ ਅੰਤਰ ਜਾਚ ਹੈ, ਪਹਿਲਾਂ ਆਖਿਆ ਸੀ 33 ਕਰੋੜ ਦੇਵਤੇ ਵਾਹਿਗੁਰੂ ਦੇ ਦਰ ਤੋਂ ਮੰਗਦੇ ਨੇ, ਤੇ ਹੁਣ ਸਤਿਗੁਰੂ ਕਹਿੰਦੇ ਨੇ ਆ ਜਿੰਨੇ ਵੀ ਸਿੱਧ ਲੋਕ ਨੇ, ਜਿਹੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਉਹ ਵੀ ਸਮਾਧੀਆਂ ਲਾ ਲਾ ਕੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸਾਂ ਕਰ ਕਰਕੇ ਉਹ ਵੀ ਰਿੱਧੀਆਂ ਸਿੱਧੀਆਂ ਮੰਗਦੇ ਨੇ। ਸਿੱਧ ਸਮਾਧੀ ਅੰਤਰ ਜਾਚਾਂ, ਰਿੱਧ ਸਿੱਧ ਜਾਚ, ਉਹ ਰਿੱਧੀਆਂ ਸਿੱਧੀਆਂ ਮੰਗਦੇ ਨੇ, ਤੇ ਜਦੋਂ ਕਰਹਿ ਉਹ ਵਾਹਿਗੁਰੂ ਰਿੱਧੀਆਂ ਸਿੱਧੀਆਂ ਦੀ ਦਾਤ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ, ਤੇ ਫਿਰ ਉਹ ਜੈ ਜੈਕਾਰ ਕਰਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵਹਿ ਪ੍ਰਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੋ ਜੀ ਪਿਆਸ ਕਿਸੇ ਦੇ ਮਨ ਅੰਦਰ ਹੁੰਦੀ ਹੈ ਨਾ, ਤੈਸੋ ਜਲ ਦੇਵੇਂ ਪ੍ਰਕਾਰ, ਤੁਸੀਂ ਉਸੇ ਪ੍ਰਕਾਰ ਦਾ ਜਲ ਦੇ ਦਿੰਦੇ ਹੋ। ਜਲ ਦਾ ਇੱਥੇ ਭਾਵ ਕੇਵਲ ਪਾਣੀ ਨਹੀਂ, ਜਲ ਦਾ ਅਰਥ ਹਰ ਇੱਕ ਪਦਾਰਥ, ਵੀ ਜਿਹੋ ਜੀ ਵੀ ਪਿਆਸ ਕਿਸੇ ਦੇ ਮਨ ਦੇ ਵਿੱਚ ਹੋਵੇ, ਰਿੱਧੀਆਂ ਸਿੱਧੀਆਂ ਦੀ ਪਿਆਸ ਹੈ, ਕੋਈ ਦੁੱਧ ਪੁੱਤ ਦੀ ਇੱਛਾ ਹੈ, ਰਾਜ ਭਾਗ ਦੀ ਮੁਕਤੀ ਦੀ ਇੱਛਾ ਹੈ, ਕੋਈ ਵੀ ਪਿਆਸ ਹੋਵੇ ਕਿਸੇ ਦੇ ਮਨ ਦੇ ਅੰਦਰ, ਹੇ ਵਾਹਿਗੁਰੂ ਜੀ, ਉਸੇ ਪ੍ਰਕਾਰ ਦਾ ਜਲ ਤੁਸੀਂ ਦਿੰਦੇ ਹੋ, ਉਹੋ ਜੀ ਦਾਤ, ਉਹੋ ਜਿਹਾ ਪਦਾਰਥ ਉਹਨੂੰ ਬਖਸ਼ਿਸ਼ ਕਰ ਦਿੰਦੇ ਹੋ। ਵੱਡੇ ਭਾਗ ਗੁਰ ਸੇਵੈ ਆਪਣਾ, ਭੇਦ ਨਾਹੀ ਗੁਰਦੇਵ ਮੁਰਾਰ। ਲੋ ਹਜ਼ੂਰ ਕਹਿੰਦੇ ਨੇ, ਵੱਡਿਆਂ ਭਾਗਾਂ ਵਾਲੇ ਗੁਰਸਿੱਖ ਮਾਈ ਭਾਈ ਨੇ ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਨੇ। ਭੇਦ ਨਾਹੀ ਗੁਰਦੇਵ ਮੁਰਾਰ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਸ ਗੁਰਦੇਵ ਤੇ ਮੁਰਾਰ ਵਾਹਿਗੁਰੂ ਦੇ ਵਿੱਚ ਕੋਈ ਫਰਕ ਵੀ ਨਹੀਂ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਹੈ ਹੀ ਨਹੀਂ, ਗੁਰੂ ਤੇ ਰੱਬ ਦੋਨੋਂ ਹੀ ਇੱਕ ਰੂਪ ਨੇ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਤੇ ਨਾਲੇ ਗੁਰੂ ਨਾਨਕ ਸਾਹਿਬ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਨੇ, ਬਈ ਗੁਰੂ ਤੇ ਰੱਬ ਦੇ ਵਿੱਚ ਕੋਈ ਫਰਕ ਨਾ ਸਮਝੋ। ਧੰਨ ਗੁਰੂ ਨਾਨਕ ਤੇ ਮਹਾਰਾਜ ਆਪ ਪਰਮੇਸ਼ਰ ਰੂਪ ਸਨ, ਤੇ ਉਹ ਸਾਨੂੰ ਇਹ ਬਚਨ ਕਹਿ ਰਹੇ ਨੇ, ਭੇਦ ਨਾਹੀ ਗੁਰਦੇਵ ਮੁਰਾਰ, ਵੀ ਗੁਰਦੇਵ ਤੇ ਮੁਰਾਰ ਵਾਹਿਗੁਰੂ ਦੇ ਵਿੱਚ, ਗੁਰੂ ਪਰਮੇਸ਼ਰ ਤੇ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੈ। ਤਾਕੋ ਕਾਲ ਨਾਹੀ ਜਮ ਜੋ ਹੈ, ਬੂਝਹਿ ਅੰਤਰ ਸ਼ਬਦ ਵਿਚਾਰ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਬੂਝੈ ਅੰਤਰ ਸ਼ਬਦ ਵਿਚਾਰ, ਜਿਹੜੇ ਗੁਰੂ ਸ਼ਬਦ ਦੀ ਵਿਚਾਰ ਨੂੰ ਆਪਣੇ ਅੰਤਰ ਹਿਰਦੇ ਵਿੱਚ ਬੁੱਝ ਲੈਂਦੇ ਨੇ, ਭਾਵ ਗੁਰੂ ਸ਼ਬਦ ਦੀ ਵਿਚਾਰ ਕਰਕੇ ਵੀ ਜੋ ਅਕਾਲ ਪੁਰਖ ਵਾਹਿਗੁਰੂ ਦੀ ਅੰਦਰ ਵਰਤਰੀ ਜੋਤ ਨੂੰ ਸਮਝ ਲੈਂਦੇ ਨੇ, ਤਾਂ ਕੋ
ਕਾਲ ਨਾਹੀ ਜਮ ਜੋ ਹੈ, ਫਿਰ ਉਹਨਾਂ ਨੂੰ ਨਾ ਤੇ ਕਾਲ ਹੀ ਪੋਹ ਸਕਦਾ ਹੈ, ਸੁਣਿਆ ਪੋਹ ਨਾ ਸਕੈ ਕਾਲ, ਤੇ ਨਾ ਹੀ ਜਮ ਉਹਨਾਂ ਵੱਲ ਕੈਰੀ ਅੱਖ ਨਾਲ ਵੇਖ ਸਕਦਾ ਹੈ। ਅਬ ਤਬ ਅਵਰ ਨ ਮੰਗੋ ਹਰ ਪਹਿ, ਨਾਮ ਨਿਰੰਜਨ ਦੀਜੈ ਪਿਆਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਇਹ ਵੀ ਦੱਸ ਦਿੱਤਾ, ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੈ ਪ੍ਰਕਾਰ। ਜਿਹੋ ਜੀ ਵੀ ਇੱਛਾ ਲੈ ਕੇ ਤੁਸੀਂ ਰੱਬ ਦੀ ਭਗਤੀ ਕਰੋਗੇ, ਉਹੀ ਪਦਾਰਥ ਵਾਹਿਗੁਰੂ ਤੁਹਾਨੂੰ ਦੇ ਸਕਦਾ ਹੈ। ਪਰ ਸਾਨੂੰ ਮੰਗਣਾ ਕੀ ਚਾਹੀਦਾ? ਗੱਲ ਤਾਂ ਇੱਥੇ ਹੈ। ਲਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਦੇ ਬਾਰੇ ਸਾਨੂੰ ਸਪਸ਼ਟ ਸਮਝਾਉਂਦੇ ਨੇ। ਅਬ ਤਬ ਅਵਰ ਨਾ ਮੰਗੋ ਹਰ ਪੈ। ਇਹ ਗੁਰਮੁਖੋ, ਇਹ ਦੁਨੀਆ ਦੇ ਲੋਗੋ, ਅਬ ਦਾ ਅਰਥ ਹੈ ਹੁਣ, ਤਬ ਦਾ ਅਰਥ ਵੀ ਤਦੋਂ ਕਿਤੇ ਫੇਰ, ਵੀ ਹੁਣ ਤੇ ਫੇਰ ਕਦੇ, ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ। ਪਰ ਹਜ਼ੂਰ ਕਹਿੰਦੇ ਨੇ ਅਬ ਤਬ ਅਵਰ ਨਾ ਮੰਗੋ ਹਰ ਪੈ, ਬਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੁਣ ਵਰਤਮਾਨ ਕਾਲ ਦੇ ਵਿੱਚ ਤਬ ਕਦੇ ਫੇਰ, ਹੋਰ ਨਹੀਂ ਅਸੀਂ ਕੁਛ ਵੀ ਮੰਗਦੇ। ਅਸੀਂ ਉਸ ਪਰਮੇਸ਼ਰ ਦੇ ਪਾਸੋਂ ਹੋਰ ਕੁਝ ਨਹੀਂ ਮੰਗਦੇ, ਨਾ ਹੁਣ ਨਾ ਕਦੇ ਫੇਰ। ਕਿਹੜੀ ਦਾਤ ਮੰਗਦੇ ਹੋ? ਨਾਮ ਨਿਰੰਜਨ ਦੀਜੈ ਪਿਆਰ। ਇਹ ਵਾਹਿਗੁਰੂ ਜੀ, ਸਾਡੀ ਤਾਂ ਇਹੀ ਮੰਗ ਹੈ, ਇਹੀ ਯਾਚਨਾ ਹੈ, ਨਾਮ ਨਿਰੰਜਨ ਦੀਜੈ ਪਿਆਰ। ਹੈ ਵਾਹਿਗੁਰੂ ਜੀ, ਤੁਸੀਂ ਪਿਆਰ ਦੇ ਨਾਲ ਆਪਣਾ ਨਿਰੰਜਨ ਦਾ ਅਰਥ ਵੀ ਜਿਹੜਾ ਪਵਿੱਤਰ ਨਾਮ ਹੈ ਉਹ ਸਾਡੀ ਝੋਲੀ ਵਿੱਚ ਪਾ ਦਿਓ। ਪਿਆਰ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ, ਇਸ ਲਈ ਨਾਮ ਨਿਰੰਜਨ ਦੀਜੈ ਪਿਆਰ, ਬਈ ਸਾਨੂੰ ਪਿਆਰ ਦੇ ਨਾਲ ਇਹ ਪਵਿੱਤਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਹੋਰ ਸਾਡੀ ਕੋਈ ਮੰਗ ਨਹੀਂ ਹੈ। ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ, ਹਰ ਜਸ ਦੀਜੈ ਕਿਰਪਾ ਧਾਰ। ਪਹਿਲੀ ਅੱਧੀ ਪੰਕਤੀ ਦਾ ਅਰਥ ਇਉਂ ਵੀ ਕੁਛ ਵਿਦਵਾਨਾਂ ਨੇ ਕੀਤਾ ਹੈ, ਅਬ ਤਬ ਅਵਰ ਨਾ ਮੰਗੂ ਹਰ ਪੈ, ਨਾਮ ਨਿਰੰਜਨ ਦੀਜੈ ਪਿਆਰ। ਹੈ ਵਾਹਿਗੁਰੂ ਜੀ, ਤੁਸੀਂ ਆਪਣੇ ਪਵਿੱਤਰ ਨਾਮ ਦਾ ਪਿਆਲਾ, ਇਹ ਪਵਿੱਤਰ ਨਾਮ ਦਾ ਪਿਆਲਾ ਸਾਡੀ ਝੋਲੀ ਵਿੱਚ ਪਾ ਦਿਓ। ਅਸੀਂ ਆਪ ਜੀ ਦੇ ਨਾਮ ਦਾ ਪਿਆਲਾ ਛਕ ਕੇ ਹਮੇਸ਼ਾ ਲਈ ਮਸਤ ਹੋ ਜਾਵੀਏ। ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ। ਮਹਾਰਾਜ, ਅਸੀਂ ਤੇਰੇ ਦਰ ਦੇ ਚਾਤ੍ਰਿਕ ਹਾਂ। ਚਾਤ੍ਰਿਕ ਕਹਿੰਦੇ ਨੇ ਪਪੀਹੇ ਨੂੰ। ਪਪੀਹਾ ਇੱਕ ਪੰਛੀ ਹੁੰਦਾ ਹੈ ਜਿਹੜਾ ਹਰ ਵੇਲੇ ਸਵਾਂਤੀ ਬੂੰਦ ਲਈ ਪ੍ਰਿਓ ਪ੍ਰਿਓ ਪੁਕਾਰਦਾ ਹੈ। ਲਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹੈ ਵਾਹਿਗੁਰੂ ਜੀ, ਤੇ ਅਸੀਂ ਚਾਤ੍ਰਿਕ ਪਪੀਹੇ ਵਾਂਗ ਤੁਹਾਡੇ ਦਰ ਦੇ ਭਿਖਾਰੀ ਹਾਂ। ਜਿਵੇਂ ਪਪੀਹਾ ਸਵਾਂਤੀ ਬੂੰਦ ਮੰਗਦਾ ਹੈ, ਅੰਮ੍ਰਿਤ ਜਲ ਮੰਗਿਆ, ਮੈਂ ਤੁਹਾਡਾ ਅੰਮ੍ਰਿਤ ਨਾਮ ਰੂਪੀ ਜਲ ਮੰਗਦਾ ਹਾਂ। ਨਿਰਮਲ ਉਦੋ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕੰਮ। ਇਹ ਅੰਮ੍ਰਿਤ ਜਲ ਸਵਾਂਤੀ ਬੂੰਦ ਵਾਂਗੂ ਮੈਂ ਆਪ ਜੀ ਦੇ ਨਾਮ ਨੂੰ ਮੰਗਦਾ ਹਾਂ। ਹਰ ਜਸ ਦੀਜੈ ਕਿਰਪਾ ਧਾਰ, ਤੇ ਨਾਲ ਹੀ ਹੈ ਵਾਹਿਗੁਰੂ ਜੀ, ਕਿਰਪਾ ਧਾਰਨ ਕਰਕੇ ਤੇ ਵਾਹਿਗੁਰੂ ਦਾ ਜਸ ਵੀ ਮੈਨੂੰ ਬਖਸ਼ਿਸ਼ ਕਰ ਦਿਓ। ਇੱਕ ਅੰਮ੍ਰਿਤ ਜਲ ਨਾਮ ਦੀ ਯਾਚਨਾ ਕਰਦਾ ਹਾਂ, ਤੇ ਦੂਸਰਾ ਕੀਰਤਨ ਭਗਤੀ ਦੀ ਦਾਤ ਮੈਂ ਮੰਗਦਾ ਹਾਂ। ਇਹ ਨਾਮ ਤੇ ਕੀਰਤਨ ਭਗਤੀ ਦੀ ਦਾਤ ਮੈਨੂੰ ਬਖਸ਼ਿਸ਼ ਕਰ ਦਿਓ। ਇਹਦੇ ਨਾਲ ਮੇਰਾ ਜੀਵਨ ਸਫਲ ਹੋ ਸਕਦਾ ਹੈ, ਤੇ ਆ ਵੀ ਲੋਕ ਤੇ ਪ੍ਰਲੋਕ ਵੀ ਮੇਰਾ ਕਲਿਆਣਕਾਰੀ ਹੋ ਸਕਦਾ ਹੈ। ਕਿਉਂਕਿ ਨਾਮ ਤੇ ਕੀਰਤਨ ਦੀਆਂ ਹੀ ਦੋ ਵੱਡੀਆਂ ਦਾਤਾਂ ਨੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਧੁਰ ਦਰਗਾਹ ਤੋਂ ਲਿਆ ਕੇ ਸੰਸਾਰ ਨੂੰ ਵੰਡੀਆਂ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਜਾਂ ਤੇ ਨਾਮ ਦੀ ਮਹਿਮਾ ਹੈ ਤੇ ਜਾਂ ਕੀਰਤਨ ਦੀ ਸਿਫਤ ਸਲਾਹ ਕੀਤੀ ਗਈ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੋਤ ਨਾਹੀ ਨਾਹੀ ਮਤ ਪਾਰੋਂ ਪੁੱਲੋ ਪੁੱਲੋ। ਤੇ ਜਾਂ ਇਹ ਲਿਖਿਆ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਜਿਹੜਾ ਇਹ ਨਾਮ ਹੈ ਇਹ ਜਾਤੀ ਸਾਧਨ ਹੈ ਤੇ ਕੀਰਤਨ ਜਮਾਤੀ ਸਾਧਨ ਹੈ। ਜਦੋਂ ਅਸੀਂ ਇਕੱਲੇ ਹੋਈਏ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ। ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ। ਤੇ ਫਿਰ ਜਦੋਂ ਸੰਗਤ ਵਿੱਚ ਜੁੜੀਏ, ਹਰ ਜਸ ਦੀਜੈ ਕਿਰਪਾ ਧਾਰ, ਉਸ ਵੇਲੇ ਤੁਹਾਡਾ ਜਸ ਕੀਰਤਨ ਕਰਦੇ ਰਹੀਏ। ਬਸ ਇਹ ਨਾਮ ਤੇ ਕੀਰਤਨ ਦੀਆਂ ਦਾਤਾਂ ਸਾਨੂੰ ਬਖਸ਼ਿਸ਼ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਗਹਿਰ ਗੰਭੀਰ ਤੇ ਬੜੇ ਸੁੰਦਰ ਉਪਦੇਸ਼ ਬਖਸ਼ੇ ਨੇ। ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ।
ਸਭ ਸੰਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ, ਹਰਿ ਜਸ ਦੀਜੈ ਕਿਰਪਾ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।